ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 467 ਤੋਂ ਲੈ ਕੇ 469 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਮਹੱਲਾ ਪਹਿਲਾ। ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ। ਬਹੁ ਭੇਖ ਕੀਆ ਦੇਹੀ ਦੁਖ ਦੀਆ, ਸੋਹਵੇ ਜੀਆ ਆਪਣਾ ਕੀਆ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਕਈ ਜੀਵ ਜਿਹੜੇ ਜ਼ਿਆਦਾ ਪੜ੍ਹ ਲਿਖ ਜਾਂਦੇ ਨੇ, ਉਹ ਆਪਣੇ ਜਿਸ ਪੜ੍ਹਾਈ ਲਿਖਾਈ ਦੇ ਹੰਕਾਰ ਦੇ ਵਿੱਚ ਵੀ ਅੰਦਰੋਂ ਜਿੱਦਾਂ ਨਾ ਚਿੰਤਾ 'ਚ ਰਹਿੰਦੇ ਨੇ, ਕੜੇ ਹੋਏ ਰਹਿੰਦੇ ਨੇ। ਕਹਿੰਦੇ ਜਿਹੜਾ ਕੋਈ ਬਹੁਤੇ ਤੀਰਥਾਂ 'ਤੇ ਇਸ਼ਨਾਨ ਕਰਦਾ, ਉਹ ਵੀ ਫਿਰ ਹੰਕਾਰ ਵਿੱਚ ਆ ਜਾਂਦਾ, ਲੋਕਾਂ ਨੂੰ ਦੱਸਦਾ ਫਿਰਦਾ ਵੀ ਮੈਂ ਬੜੇ ਤੀਰਥਾਂ 'ਤੇ ਇਸ਼ਨਾਨ ਕੀਤੇ ਆ। ਫਿਰ ਕਹਿੰਦੇ ਇਸ ਤਰ੍ਹਾਂ ਹੀ ਕਈ ਜੀਵ ਨੇ ਅਲੱਗ ਅਲੱਗ ਤਰ੍ਹਾਂ ਦੇ ਭੇਖ ਬਣਾ ਕੇ ਆਪਣੀ ਦੇਹ ਨੂੰ ਹੀ ਦੁੱਖ ਦਿੰਦੇ ਨੇ। ਇਸ ਤਰ੍ਹਾਂ ਪਰਮੇਸ਼ਰ ਨਹੀਂ ਮਿਲਦਾ ਦੇਹੀ ਨੂੰ ਦੁੱਖ ਦਿੱਤੇ ਆ। ਕਹਿੰਦੇ ਇਹ ਫਿਰ ਜਿਹੜਾ ਉਹ ਆਪਣਾ ਕੀਤਾ ਪੂਰਵਲੇ ਕਰਮਾਂ ਦੇ ਅਨੁਸਾਰ ਉਹੀ ਦੁੱਖ ਸਹਿ ਰਹੇ ਹੁੰਦੇ ਨੇ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ। ਬਸਤਰ ਨਾ ਪਹਿਰੇ ਅਹਨਸ ਕਹਿਰੇ, ਮੋਨ ਵਿਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ। ਫਿਰ ਕਹਿੰਦੇ ਕਈ ਅੰਨ ਛੱਡ ਦਿੰਦੇ ਨੇ ਵੀ ਸ਼ਾਇਦ ਅੰਨ ਨਾ ਖਾਧਿਆਂ ਪਰਮੇਸ਼ਰ ਦੀ ਭਗਤੀ ਕੀਤਿਆਂ ਇੱਦਾਂ ਪਰਮੇਸ਼ਰ ਮਿਲ ਜੂ। ਕਹਿੰਦੇ ਬਾਕੀ ਫਿਰ ਹੋਰ ਪਰਮੇਸ਼ਰ ਦਾ ਅੰਤ ਪ੍ਰੇਮ ਪਾਉਂਦੇ ਨਹੀਂ, ਹੋਰ ਚੀਜ਼ਾਂ ਨਾਲ ਪਦਾਰਥਾਂ ਨਾਲ ਪ੍ਰੇਮ ਪਾਉਂਦੇ ਨੇ। ਆਪਣੇ ਕਹਿੰਦੇ ਜਿਹੜੇ ਦੁੱਖ ਨੇ ਆਪ ਹੀ ਸਹਾਰਦੇ ਨੇ। ਕਈ ਕਹਿੰਦੇ ਵੀ ਨਾਂਗੇ ਰਹਿ ਕੇ ਸੋਚਦੇ ਨੇ ਵੀ ਇਸ ਤਰ੍ਹਾਂ ਆਪਣੇ ਸਰੀਰ ਨੂੰ ਦੁੱਖ ਦੇ ਕੇ ਸ਼ਾਇਦ ਇਸ ਤਰ੍ਹਾਂ ਪਰਮੇਸ਼ਰ ਨੇ ਮਿਲ ਜਾਣਾ। ਕਈ ਬੋਲਣਾ ਛੱਡ ਦਿੰਦੇ ਨੇ, ਮੌਨੇ ਰਹਿੰਦੇ ਨੇ। ਪਰ ਕਹਿੰਦੇ ਗੁਰੂ ਤੋਂ ਬਿਨਾਂ ਮਾਇਆ ਦੇ ਨੀਂਦ ਵਿੱਚੋਂ ਨਹੀਂ ਜਾਗ ਸਕਦੇ। ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ। ਮੂਰਖ ਅੰਧੈ ਪਤ ਗਵਾਈ, ਵਿਣ ਨਾਵੈ ਕਿਛ ਥਾਏ ਨਾ ਪਾਈ। ਕਈ ਫਿਰ ਕਹਿੰਦੇ ਨੰਗੇ ਪੈਰ ਚੱਲਦੇ ਨੇ, ਸਾਫ਼ ਭੋਜਨ ਨਹੀਂ ਖਾਂਦੇ, ਮਿੱਠਾ ਜੂਠਾ ਖਾਂਦੇ ਨੇ, ਗੰਦੇ ਕੱਪੜੇ ਪਾਉਂਦੇ ਨੇ। ਕਹਿੰਦੇ ਇਸ ਤਰ੍ਹਾਂ ਕਹਿੰਦੇ ਜਿੱਦਾਂ ਉਹਨਾਂ ਨੇ ਆਪਣੀ ਇੱਜ਼ਤ ਆਪ ਹੀ ਗਵਾ ਲਈ ਹੁੰਦੀ ਆ। ਕਹਿੰਦੇ ਇਹ ਸਾਰੇ ਢੰਗ ਵਰਤਿਆਂ ਪਰਮੇਸ਼ਰ ਨਹੀਂ ਮਿਲਦਾ। ਪਰਮੇਸ਼ਰ ਮਿਲਦਾ ਉਹਦੇ ਨਾਮ ਦੀ ਕਮਾਈ ਨਾਲ। ਕੁਦਰਤੀ ਅੱਜ ਆਪਾਂ ਸੰਗਤ ਦੇ ਵਿੱਚ ਨਾਮ ਦੀ ਕਮਾਈ ਬਾਰੇ ਗੱਲ ਕੀਤੀ ਸੰਗਤ ਜੀ, ਅੱਜ ਵਿਚਾਰ ਵਿੱਚ ਵੀ ਆ ਗਿਆ। ਬਹੁਤੀ ਵਾਰ ਪਰਮੇਸ਼ਰ ਇੱਦਾਂ ਕਰ ਦਿੰਦੇ ਨੇ। ਰਹੇ ਬੇਬਾਣੀ ਮੜੀ ਮਸਾਣੀ, ਅੰਧ ਨ ਜਾਣੈ ਫਿਰ ਪਛੋਤਾਣੀ। ਫਿਰ ਕਹਿੰਦੇ ਕਈ ਘਰ-ਬਾਰ ਛੱਡ ਕੇ ਬਾਹਰ ਜੰਗਲਾਂ ਮੜੀਆਂ ਮਸਾਨਾਂ 'ਚ ਰਹਿੰਦੇ ਨੇ ਵੀ ਸ਼ਾਇਦ ਪਤਾ ਨਹੀਂ ਪਰਮੇਸ਼ਰ ਇਵੇਂ ਮਿਲ ਜੂ। ਫਿਰ ਜਦੋਂ ਕਹਿੰਦੇ ਪਤਾ ਲੱਗਦਾ ਫਿਰ ਉਦੋਂ ਬਹੁਤ ਕਹਿੰਦੇ ਦੇਰ ਹੋ ਚੁੱਕੀ ਹੁੰਦੀ ਆ। ਜਦੋਂ ਅੰਤ 'ਤੇ ਜਾ ਕੇ ਸੋਚਦੇ ਨੇ ਵੀ ਇਹ ਤਾਂ ਅਸੀਂ ਗਲਤੀ ਕੀਤੀ, ਫਿਰ ਅੰਤ ਸਮਾ ਜਾਂਦਾ। ਸਤਿਗੁਰ ਭੇਟੇ ਸੋ ਸੁਖ ਪਾਏ, ਹਰਿ ਕਾ ਨਾਮ ਮਨ ਵਸਾਏ। ਕਹਿੰਦੇ ਸੁੱਖ ਤੇ ਉਹ ਪਾਉਂਦਾ ਜਿਹਦਾ ਮਿਲਾਪ ਸਤਿਗੁਰ ਨਾਲ ਹੋ ਜਾਂਦਾ। ਜੋ ਸਤਿਗੁਰ ਦੀ ਸ਼ਰਨ ਆਉਂਦਾ ਅਤੇ ਸਤਿਗੁਰ ਦੇ ਦੱਸਿਆਂ ਨਾਮ ਦੀ ਕਮਾਈ ਕਰਦਾ, ਨਾਮ ਮਨ 'ਚ ਵਸਦਾ, ਇਸ ਤਰ੍ਹਾਂ ਪਰਮੇਸ਼ਰ ਦਾ ਮਿਲਾਪ ਹੁੰਦਾ। ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਿਹ ਕੇਵਲ। ਹਉਮੈ ਸ਼ਬਦ ਜਲਾਏ। ਨਾਨਕ ਜੀ ਕਹਿੰਦੇ ਨੇ ਜਿਸ 'ਤੇ ਜੀਵ 'ਤੇ ਪਰਮੇਸ਼ਰ ਦੀ ਮਿਹਰ ਹੁੰਦੀ ਆ, ਉਹਦਾ ਸਤਿਗੁਰ ਨਾਲ ਮਿਲਾਪ ਹੁੰਦਾ, ਨਾਮ ਦੀ ਦਾਤ ਮਿਲਦੀ ਆ। ਫਿਰ ਉਸ ਜੀਵ ਦੀਆਂ ਆਸਾ ਤ੍ਰਿਸ਼ਨਾ ਖਤਮ ਹੋ ਜਾਂਦੀਆਂ ਨੇ। ਉਹ ਫਿਰ ਜਿਸ ਤਰ੍ਹਾਂ ਕਹਿੰਦੇ ਨਾ ਵੀ ਪੂਰਾ ਨਿਰਲੇਪ ਹੋ ਜਾਂਦਾ। ਗੁਰੂ ਦੇ ਸ਼ਬਦ ਰਾਹੀਂ ਉਹਦੇ ਅੰਦਰੋਂ ਹਉਮੈ ਵੀ ਖਤਮ ਹੋ ਜਾਂਦੀ ਆ। ਇਸ ਤਰ੍ਹਾਂ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਆ। ਪੌੜੀ ਭਗਤ ਤੇਰੇ ਮਨ ਭਾਵਦੇ, ਦਰ ਸੋਹਿਨ ਕੀਰਤ ਗਾਵਦੇ।
ਨਾਨਕ ਕਰਮਾ ਬਾਹਰੇ ਦਰ ਟੋ ਨਾ ਲਹਿਨੀ ਤਾਵ ਦੇ। ਇਕ ਮੂਲ ਨ ਬੁੱਝਨ ਆਪਣਾ ਅਣਹੋਦਾ ਆਪ ਗਣਾਈ ਦੇ। ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਈ ਦੇ। ਤਿੰਨ ਮੰਗਾਂ ਜੇ ਤੁਜੈ ਤੇ ਆਈ ਦੇ। ਤਿੰਨ ਮੰਗਾਂ ਜੇ ਤੁਜੈ ਤੇ ਆਈ ਦੇ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜੇ ਤੇਰੇ ਭਗਤ ਨੇ ਉਹ ਤੇਰੀ ਸਿਫਤ ਸਲਾਹ ਕਰਦੇ, ਤੇਰੇ ਦਰ 'ਤੇ ਸੋਹਣੇ ਲੱਗਦੇ ਨੇ। ਪਰ ਕਹਿੰਦੇ ਇਹ ਵੀ ਕਰਮਾਂ ਦੇ ਨਾਲ ਆ, ਜਿਨ੍ਹਾਂ ਦੇ ਕਰਮ ਲਿਖੇ ਨੇ ਇਸ ਤਰ੍ਹਾਂ ਦੇ, ਉਹੀ ਇਹ ਸਿਫਤ ਸਲਾਹ ਕਰਦੇ ਨੇ। ਬਿਨਾਂ ਕਰਮਾਂ ਤੋਂ ਕਹਿੰਦੇ ਤੇਰੇ ਦਰ ਦੀ ਢੋਈ ਨਹੀਂ ਮਿਲਦੀ ਹੈਗੀ। ਇੱਕ ਕਹਿੰਦੇ ਪਰਮੇਸ਼ਰ ਨੂੰ ਨਾ ਜਾਣ ਕੇ ਕਹਿੰਦੇ ਨੇ ਕਿ ਹਰ ਇੱਕ ਕੁਛ ਅਸੀਂ ਕੀਤਾ, ਆਪਣੇ ਅੰਦਰ ਪਰਮੇਸ਼ਰ ਨੂੰ ਵਸਦਾ ਨਹੀਂ ਜਾਣਦੇ, ਆਪਾ ਗਣਾਉਂਦੇ ਨੇ। ਕਹਿੰਦੇ ਮੈਂ ਤਾਂ ਆਪਣੇ ਆਪ ਨੂੰ ਨੀਚ ਜਾਤ ਦਾ ਢਾਡੀ ਕਹਿਣਾ ਜੋ ਤੇਰੀ ਸਿਫਤ ਸਲਾਹ ਕਰ ਰਿਹਾ। ਹੋਰ ਕਹਿੰਦੇ ਆਪਣੇ ਆਪ ਨੂੰ ਉੱਚੀ ਜਾਤ ਦਾ ਸੱਦਦੇ ਨੇ। ਕਹਿੰਦੇ ਮੈਂ ਤਾਂ ਉਹਨਾਂ ਦਾ ਦਰਸ਼ਨ ਮੰਗਦਾ ਪਰਮੇਸ਼ਰ ਜੀ ਜਿਹੜੇ ਤੈਨੂੰ ਹਰ ਵਕਤ ਧਿਆਉਂਦੇ ਨੇ। ਵਾਹਿਗੁਰੂ ਜੀ, ਵਾਹਿਗੁਰੂ ਜੀ। ਸ਼ਲੋਕ ਮਹੱਲਾ ਪਹਿਲਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਹੁਣ ਸੰਗਤ ਜੀ ਦੱਸਦੇ ਨੇ ਜਗਤ ਦਾ ਜਿਹੜਾ ਮਿੱਥਿਆ ਚੀਜ਼ ਆ ਉਹਦੇ ਬਾਰੇ ਦੱਸ ਰਹੇ ਨੇ ਪਾਤਸ਼ਾਹ। ਕਹਿੰਦੇ ਜਿਹੜੇ ਸਾਰੇ ਰਾਜਾ ਪਰਜਾ ਸੰਸਾਰ ਵਿੱਚ ਸਭ ਕੁਛ ਹੋ ਰਿਹਾ, ਇਹ ਸਭ ਕੁਛ ਝੂਠ ਹੈ, ਸਭ ਕੁਛ ਖਤਮ ਵਾਲਾ। ਘਰ-ਬਾਰ ਮਹਿਲ ਮਾੜੀਆਂ ਸਭ ਕੁਛ ਇੱਥੇ ਪਹਿਨਣਾ ਖਾਣਾ ਪੀਣਾ ਸਰੀਰ ਕੱਪੜ ਸਭ ਕੁਛ ਜੋ ਰੂਪ ਰੰਗ ਸਭ ਕੁਛ ਦੁਨੀਆ ਵਿੱਚ ਵਾਪਰ ਰਿਹਾ ਸਭ ਕੁਛ ਝੂਠ ਹੈ, ਥੋੜ ਚਿਰਾ ਹੈ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ। ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਕਹਿੰਦੇ ਹੋਰ ਸਾਰੇ ਰਿਸ਼ਤੇ ਇਸਤਰੀ ਪਤੀ ਹੋਰ ਸਾਰੇ ਜਿਹੜੇ ਰਿਸ਼ਤੇ ਪ੍ਰੇਮ ਦੇ ਰਿਸ਼ਤੇ ਲੱਗੇ ਹੋਏ ਨੇ ਬੱਚਿਆਂ ਨਾਲ ਦੋਸਤ ਮਿੱਤਰਾਂ ਨਾਲ, ਇਹ ਸਭ ਕੁਛ ਕਹਿੰਦੇ ਝੂਠ ਹੈ। ਪਰ ਜੀਵ ਪਰਮੇਸ਼ਰ ਨੂੰ ਵਿਸਾਰ ਕੇ ਇਹਨਾਂ ਰਿਸ਼ਤਿਆਂ 'ਚ ਲੱਗਿਆ ਹੋਇਆ ਜਿਹੜੇ ਝੂਠ ਦੇ ਰਿਸ਼ਤੇ ਨੇ। ਕਹਿੰਦੇ ਸੰਸਾਰ ਦੇ ਵਿੱਚ ਅਸੀਂ ਕਿਹਦੇ ਨਾਲ ਦੋਸਤੀ ਕਰੀਏ? ਦੋਸਤੀ ਤਾਂ ਉਹਦੇ ਨਾਲ ਕਰੀਏ ਨਾ ਜਿਹਨੇ ਕਦੇ ਖਤਮ ਨਹੀਂ ਹੋਣਾ, ਜਿਹੜੀ ਦੋਸਤੀ ਸਿਰੇ ਤੱਕ ਨਿਭਣੀ ਆ। ਬਾਕੀ ਸਭ ਦੋਸਤੀਆਂ ਤਾਂ ਕੱਚੀਆਂ ਨੇ ਨਾ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ। ਨਾਨਕ ਵਖਾਣੈ ਬੇਨਤੀ ਤੁਧ ਬਾਝੋ ਕੂੜੋ ਕੂੜ। ਨਾਨਕ ਵਖਾਣੈ ਬੇਨਤੀ ਤੁਧ ਬਾਝ ਕੂੜੋ ਕੂੜ। ਕਹਿੰਦੇ ਬਾਕੀ ਸੰਸਾਰ ਦੇ ਸਾਰੇ ਪਦਾਰਥ ਝੂਠੇ ਨੇ ਪਰ ਮਿੱਠੇ ਲੱਗਦੇ ਨੇ। ਮਿੱਠੇ ਲੱਗਣ ਕਰਕੇ ਜੀਵ ਇਹਨਾਂ ਦੇ ਵਿੱਚ ਗਲਤਾਨ ਹੋ ਜਾਂਦੇ ਨੇ। ਨਾਨਕ ਜੀ ਬੇਨਤੀ ਕਰਦੇ ਨੇ ਕਿ ਹੇ ਪਰਮੇਸ਼ਰ ਜੀ ਇੱਕ ਤੈਨੂੰ ਛੱਡ ਕੇ ਸੰਸਾਰ ਵਿੱਚ ਸਭ ਕੁਛ ਝੂਠਾ ਹੈ, ਸਭ ਕੁਛ ਖਤਮ ਹੋਣ ਵਾਲਾ ਹੈ। ਮਹੱਲਾ ਪਹਿਲਾ। ਸੱਚ ਤਾ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਸੱਚ ਤਾ ਪਰ ਜਾਣੀਐ ਜਾਂ ਸੱਚ ਤਰੇ ਪਿਆਰ। ਨਾਉ ਸੁਣ ਮਨ ਰਹਸੀਐ ਤਾਂ ਪਾਏ ਮੋਖ ਦੁਆਰ। ਕਹਿੰਦੇ ਕਿਸੇ ਜੀਵ ਨੂੰ ਸੱਚਾ ਤਾਂ ਹੀ ਜਾਣ ਸਕਦੇ ਹਾਂ ਕਿ ਇਹਦੀ ਪਰਮੇਸ਼ਰ ਨਾਲ ਜਾਣ ਪਛਾਣ ਆ ਜੋ ਉਹਦੇ ਅੰਦਰ ਹਿਰਦੇ ਵਿੱਚ ਪਰਮੇਸ਼ਰ ਵਸਿਆ ਹੈ। ਜਿਹਦੇ ਪਰਮੇਸ਼ਰ ਵਸਿਆ ਕਹਿੰਦੇ ਉਹਦੇ ਤਾਂ ਅੰਦਰੋਂ ਕੂੜ ਦੀ ਜਿਹੜੀ ਮੈਲ ਉਤਰ ਜਾਂਦੀ ਆ। ਸੱਚ ਰਾਹੀਂ ਉਹਨੇ ਆਪਣਾ ਅੰਦਰ ਤਨ ਮਨ ਸਵੱਛ ਕਰ ਲਿਆ ਹੁੰਦਾ ਹੈ।
ਕਹਿੰਦੇ ਉਸ ਨੂੰ ਹੀ ਸੱਚੇ ਨਾਲ ਮਿਲਿਆ ਜਾਣੀਏ ਜਿਹਨੂੰ ਪਰਮੇਸ਼ਰ ਨਾਲ ਸੱਚੇ ਨਾਲ ਪਿਆਰ ਹੈ। ਕਹਿੰਦੇ ਉਹ ਫਿਰ ਕਹਿੰਦੇ ਪਰਮੇਸ਼ਰ ਦਾ ਨਾਮ ਸੁਣ ਕੇ ਹੀ ਮੁਕਤੀ ਦਾ ਦੁਆਰ ਪਾ ਲੈਂਦਾ। ਮੁਕਤੀ ਦਾ ਦੁਆਰ ਕੀ, ਵਿਕਾਰਾਂ ਵੱਲੋਂ ਮੁਕਤੀ, ਮੋਹ ਮਾਇਆ ਵੱਲੋਂ ਮੁਕਤੀ। ਉਸ ਨੂੰ ਕਹਿੰਦੇ ਜਿਹਦੇ ਅੰਦਰੋਂ ਪਰਮੇਸ਼ਰ ਨਾਲ ਇੱਕਮਿਕ ਹੋਇਆ ਬੜੀ ਆਨੰਦ ਦੀ ਅਵਸਥਾ 'ਚ ਰਹਿੰਦਾ, ਫਿਰ ਉਹਨੂੰ ਮੁਕਤੀ ਮੁਕਤੀ ਆ ਸਾਰੀ। ਸੱਚ ਤਾ ਪਰ ਜਾਣੀਐ ਜਾ ਜੁਗਤ ਜਾਣੈ ਜੀਓ, ਧਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਬੀਓ। ਕਹਿੰਦੇ ਉਸ ਜੀਵ ਨੂੰ ਸੱਚਾ ਜਾਣੀਏ ਜਿਹਨੂੰ ਪਰਮੇਸ਼ਰ ਦੀ ਸੱਚੀ ਜੁਗਤ ਦੀ ਸਮਝ ਆ, ਜੋ ਸਮਝੇ ਕਿ ਜੀਵਨ ਦੀ ਅਸਲੀਅਤ ਕੀ ਆ। ਆਪਣੀ ਇਸ ਜਿਹੜੀ ਸਰੀਰ ਰੂਪੀ ਧਰਤੀ ਆ, ਇਹਨੂੰ ਕਹਿੰਦੇ ਸਾਧ ਕੇ, ਇਹਨੂੰ ਬੀਜ ਬੀਜਣ ਵਾਲੀ ਬਣਾ ਕੇ ਇਹਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਬੀਜ ਬੀਜੇ। ਸੱਚ ਤਾ ਪਰ ਜਾਣੀਐ ਜਾ ਸਿੱਖ ਸੱਚੀ ਲੇ, ਦਿਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ। ਫਿਰ ਕਹਿੰਦੇ ਉਹਨੂੰ ਸੱਚੇ ਨਾਲ ਮਿਲਿਆ ਜਾਣੀਏ ਜਿਹਨੇ ਕਹਿੰਦੇ ਗੁਰੂ ਦੀ ਸਿੱਖਿਆ ਮੰਨੀ ਹੋਵੇ, ਸੱਚੀ ਸਿੱਖਿਆ ਮੰਨ ਕੇ ਉਹ 'ਤੇ ਚੱਲਿਆ ਹੋਵੇ। ਜੀਆਂ ਦੇ ਉੱਪਰ, ਪਰਮੇਸ਼ਰ ਦੇ ਬਣਾਇਆਂ ਦੇ ਉੱਪਰ ਦਇਆ ਕਰੇ, ਆਪਣੀ ਜਿੰਨੀ ਕੁ ਹੈ ਕਰ ਸਕਦਾ ਹੋਵੇ ਜੀਆਂ ਨੂੰ ਪੁੰਨ ਦਾਨ ਕਰੇ, ਜੀਆਂ ਦੀ ਮਦਦ ਕਰੇ। ਕਹਿੰਦੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਫਿਰ ਕਹਿੰਦੇ ਸੱਚੇ ਦੇ ਨਾਲ ਮਿਲਿਆ ਤਾਂ ਹੀ ਜਾਣੀਏ ਜੋ ਅੰਤਰ ਆਤਮੇ ਪਰਮੇਸ਼ਰ ਨੂੰ ਜਾਣ ਕੇ ਉਹਦੇ ਵਿੱਚ ਇਸ਼ਨਾਨ ਕਰੇ, ਪਰਮੇਸ਼ਰ ਨੂੰ ਅੰਦਰ ਜਾਣੇ ਕਿ ਮੇਰੇ ਅੰਦਰ ਪਰਮੇਸ਼ਰ ਆ ਅਤੇ ਹਰ ਇੱਕ ਜੀਵ ਦੇ ਅੰਦਰ ਪਰਮੇਸ਼ਰ ਆ, ਅਤੇ ਸੱਚੇ ਸਤਿਗੁਰ ਦੇ ਲੜ ਲੱਗ ਕੇ ਆਪਣੇ ਹਿਰਦੇ ਘਰ ਵਿੱਚ ਟਿਕਿਆ ਰਹੇ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਤੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਫਿਰ ਨਾਨਕ ਜੀ ਬੇਨਤੀ ਕਰਦੇ ਨੇ ਜਿਨ੍ਹਾਂ ਦਾ ਪਰਮੇਸ਼ਰ ਨਾਲ ਮਿਲਾਪ ਹੋ ਗਿਆ, ਜਿਹੜੇ ਅੰਦਰੋਂ ਸੱਚੇ ਨੇ, ਜਿਨ੍ਹਾਂ ਦੇ ਅੰਦਰ ਸੱਚ ਦਾ ਨਿਵਾਸ ਹੋਇਆ, ਉਹ ਕਹਿੰਦੇ ਆਪਣੇ ਅੰਦਰੋਂ ਸਾਰੇ ਪਾਪ ਕੱਢ ਲੈਂਦੇ ਨੇ ਕਿ ਜਿਹੜਾ ਸੱਚ ਆ ਉਹ ਸਭ ਦਾ ਦਾਰੂ ਆ। ਪਰਮੇਸ਼ਰ ਦਾ ਹਿਰਦੇ ਵਿੱਚ ਨਿਵਾਸ ਹੋ ਜਾਣਾ ਉਹ ਸਭ ਤਰ੍ਹਾਂ ਦਾ ਦਾਰੂ ਆ, ਉਹਦੇ ਨਾਲ ਅੰਦਰੋਂ ਸਾਰੇ ਪਾਪ ਧੋ ਹੋ ਜਾਂਦੇ ਨੇ, ਜੀਵ ਦੇ ਹਉਮੈ ਹੰਕਾਰ ਧੋ ਹੋ ਜਾਂਦਾ। ਪੌੜੀ ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲਖ ਧਿਆਈਐ, ਫਲ ਤੇਵ ਹੋ ਪਾਈਐ ਜੇ ਵੇਹੀ ਕਾਰ ਕਮਾਈਐ, ਜੇ ਹੋਵੈ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ, ਮਤ ਥੋੜੀ ਸੇਵ ਗਵਾਈਐ, ਮਤ ਥੋੜੀ ਸੇਵ ਗਵਾਈਐ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਕਹਿੰਦੇ ਸਾਨੂੰ ਕੋਈ ਉਹ ਸੰਤ ਜਨ ਮਿਲ ਜਾਣ, ਉਹ ਗੁਰੂ ਮਿਲ ਜਾਵੇ ਜਿਹਨੇ ਕਹਿੰਦੇ ਪੂਰੇ ਪਰਮੇਸ਼ਰ ਦੇ ਨਾਲ ਮਿਲਾਪ ਹੋਇਆ, ਸਾਨੂੰ ਕਹਿੰਦੇ ਉਹਦੇ ਚਰਨਾਂ ਦੀ ਧੂੜ ਮਿਲ ਜਾਏ ਤਾਂ ਅਸੀਂ ਆਪਣੇ ਮਸਤਕ ਨੂੰ ਲਾਈਏ। ਫਿਰ ਕਹਿੰਦੇ ਕੀ ਹੁੰਦਾ, ਉਹਦੀ ਚਰਨਾਂ ਦੀ ਧੂੜ ਮਿਲਣ ਦੇ ਨਾਲ ਅਸੀਂ ਆਪਣਾ ਲਾਲਚ ਛੱਡ ਦਿੰਦੇ ਹਾਂ, ਸਿਰਫ ਫਿਰ ਅਸੀਂ ਉਸ ਇੱਕ ਪਰਮੇਸ਼ਰ ਨੂੰ ਧਿਆਉਂਦੇ ਹਾਂ, ਕਿਉਂਕਿ ਜਿਸ ਤਰ੍ਹਾਂ ਦਾ ਅਸੀਂ ਬੀਜ ਬੀਜਦੇ ਹਾਂ ਉਹੋ ਜਿਹਾ ਹੀ ਸਾਨੂੰ ਫਲ ਮਿਲਦਾ। ਜੇ ਕਹਿੰਦੇ ਸਾਡੇ ਚੰਗੇ ਪੂਰਵਲੇ ਕਰਮ ਨੇ ਤਾਂ ਸਾਨੂੰ ਇਸ ਤਰ੍ਹਾਂ ਦੇ ਗੁਰੂ ਦੀ, ਸੰਤ ਦੇ ਚਰਨਾਂ ਦੀ ਧੂੜ ਮਿਲਦੀ ਆ, ਕਿਉਂਕਿ ਜੇ ਅਸੀਂ ਆਪਣੇ ਵੱਲੋਂ ਸੇਵਾ ਕਰਦੇ ਹਾਂ, ਸਾਡੀ ਸੇਵਾ ਥੋੜ੍ਹੀ ਹੁੰਦੀ ਆ ਕਿਉਂਕਿ ਸਾਡੀ ਮੱਤ ਥੋੜ੍ਹੀ ਆ, ਫਿਰ ਸਾਡੀ ਉਹ ਜਿਹੜੀ ਸੇਵਾ ਕੀਤੀ ਆ ਅਜਾਈਂ ਚਲੀ ਜਾਂਦੀ ਆ। ਪਰ ਇਸ ਤਰ੍ਹਾਂ ਦੇ ਗੁਰੂ ਜਾਂ ਸੰਤ ਦਾ ਮਿਲਾਪ ਹੋ ਜੇ ਜਿਹਨੂੰ ਪਰਮੇਸ਼ਰ ਦੀ ਪ੍ਰਾਪਤੀ ਆ, ਉਹਦੀ ਸੰਗਤ ਦੇ ਵਿੱਚ ਫਿਰ ਅਸੀਂ ਸੇਵਾ ਭਗਤੀ ਚੰਗੀ ਕਰ ਸਕਦੇ ਹਾਂ। ਸ਼ਲੋਕ ਮਹੱਲਾ ਪਹਿਲਾ।
ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂ ਰੁੱਤ ਹੋਏ। ਵਾਹਿਗੁਰੂ ਜੀ, ਵਾਹਿਗੁਰੂ ਜੀ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਨਾਨਕ ਪਾਹੇ ਬਾਹਰਾ, ਕੋਰੈ ਰੰਗ ਨ ਸੋਏ। ਪੈ ਵਿੱਚ ਖੁੰਭ ਚੜਾਈਐ, ਸਰਮ ਪਾਹ ਤਨ ਹੋਏ। ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨ ਕੋਏ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਹੁਣ ਕਲਯੁੱਗ ਦੇ ਸਮੇਂ ਦੇ ਵਿੱਚ ਕਹਿੰਦੇ ਬੜਾ ਮਾੜਾ ਵਕਤ ਕਹਿੰਦੇ ਹੋਇਆ ਕਿ ਜੀਵ ਪਰਮੇਸ਼ਰ ਦਾ ਨਾਮ ਛੱਡ ਕੇ ਇੱਕ ਤਰ੍ਹਾਂ ਜਿਵੇਂ ਭੂਤਨਾ ਬਣ ਗਿਆ ਹੁੰਦਾ। ਹੁਣ ਕਹਿੰਦੇ ਜਿਹੜਾ ਬੀਜ ਆ ਦੋ ਫਾੜ ਹੋ ਗਿਆ। ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਜੀਵ ਨੇ ਨਾਮ ਰੂਪੀ ਬੀਜ ਬੀਜਿਆ ਅਤੇ ਉਹ ਆਪਣੀ ਇੱਥੋਂ ਇੱਜ਼ਤ ਪੂਰੀ ਲੈ ਕੇ ਗਏ ਨੇ ਪਰਮੇਸ਼ਰ ਦੇ ਦਰਬਾਰ 'ਚ। ਹੁਣ ਕਹਿੰਦੇ ਜਿਹੜਾ ਇਹ ਨਾਮ ਰੂਪੀ ਬੀਜ ਆ ਇਹ ਕਹਿੰਦੇ ਨਹੀਂ ਬੀਜ ਰਹੇ ਜੀਵ। ਇਹ ਕਹਿੰਦੇ ਦੋ ਫਾੜ ਹੋ ਗਿਆ ਕਹਿੰਦੇ ਜੀਵ ਦਾ ਚਿੱਤ। ਫਿਰ ਕੀ ਕਹਿੰਦੇ ਨੇ ਵੀ ਜੇ ਇਹ ਬੀਜ ਕਹਿੰਦੇ ਬੀਜਿਆ ਜਾਏ, ਬੀਜ ਉਦੋਂ ਬੀਜ ਹੋਵੇ ਨਾਮ ਰੂਪੀ ਜਦੋਂ ਰੁੱਤ ਹੋਏ। ਰੁੱਤ ਹੈ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲੇ ਦਾ ਜਪਿਆ ਕਹਿੰਦੇ ਵੀ ਉਹ ਫਿਰ ਫਲ ਲਿਆਉਂਦਾ। ਜਿਵੇਂ ਕਹਿੰਦੇ ਕੋਰਾ ਕੱਪੜਾ ਹੁੰਦਾ ਨਾ, ਉਹਨੂੰ ਰੰਗ ਨਹੀਂ ਚੜ੍ਹਦਾ, ਪਹਿਲਾਂ ਉਹਨੂੰ ਪਾਹ ਦੇਣੀ ਪੈਂਦੀ ਆ। ਇਸ ਤਰ੍ਹਾਂ ਹੀ ਜੀਵ ਨੂੰ ਕਹਿੰਦੇ ਪਾਹ ਚਾਹੀਦੀ ਆ ਪਰਮੇਸ਼ਰ ਦੇ ਡਰ ਅਦਬ ਦੀ। ਪਹਿਲਾਂ ਪਰਮੇਸ਼ਰ ਦੇ ਡਰ ਅਦਬ ਦੀ ਪਾਹ ਹੋਏ, ਫਿਰ ਜੀਵ ਉੱਦਮ ਕਰੇ, ਮਿਹਨਤ ਕਰੇ ਉਹਦਾ ਨਾਮ ਜਪਣ ਦੀ। ਫਿਰ ਕਹਿੰਦੇ ਨੇ ਜੀਵ ਜਿਹੜਾ ਵੀ ਪਰਮੇਸ਼ਰ ਕਹਿੰਦੇ ਪਰਮੇਸ਼ਰ ਦਾ ਨਾਮ ਜਪਦੇ ਨੇ ਜੀਵ, ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨ ਕੋਏ। ਕਹਿੰਦੇ ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਨੇ ਉਹਨਾਂ ਦਾ ਹੀ ਫਿਰ ਨਾਂ ਹੁੰਦਾ। ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹਨਾਂ ਦੀ ਕੋਈ ਸੋਭਾ ਨਹੀਂ ਹੁੰਦੀ। ਜਿਹੜੇ ਝੂਠੇ ਨੇ, ਝੂਠ ਦੇ ਨਾਲ ਹੀ ਲੱਗੇ ਹੋਏ ਨੇ। ਝੂਠ ਕੀ ਆ? ਮਾਇਆ, ਵਿਕਾਰ। ਉਹਨਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ। ਜੋ ਪਰਮੇਸ਼ਰ ਦੀ ਨਾਮ ਜਪਦੇ ਨੇ, ਭਗਤੀ ਕਰਦੇ ਨੇ, ਉਹੀ ਫਿਰ ਸੋਭਾ ਖੱਟਦੇ ਨੇ, ਇੱਥੇ ਵੀ ਅਤੇ ਪਰਮੇਸ਼ਰ ਦੇ ਦਰਬਾਰ ਵਿੱਚ ਵੀ। ਮਹੱਲਾ ਪਹਿਲਾ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ। ਕਾਮ ਨੇਬ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ। ਅੰਧੀ ਰਈਅਤ ਗਿਆਨ ਵਿਹੂਣੀ, ਪਾਹੇ ਪਰੇ ਮੁਰਦਾਰ। ਗਿਆਨੀ ਨੱਚੈ ਵਾਜੈ ਵਾਵੈ, ਰੂਪ ਕਰੇ ਸੀਗਾਰ। ਫਿਰ ਕਹਿੰਦੇ ਫਿਰ ਕਲਯੁੱਗ ਦੇ ਸਮੇਂ ਵਿੱਚ ਕੀ ਹੋਇਆ? ਕਹਿੰਦੇ ਜਿਹੜਾ ਲਾਲਚ ਆ ਉਹ ਤਾਂ ਰਾਜਾ ਬਣਿਆ ਹੋਇਆ, ਜਿਹੜਾ ਪਾਪ ਆ ਉਹ ਵਜ਼ੀਰ ਬਣਿਆ ਹੋਇਆ। ਕਹਿੰਦੇ ਜਿਹੜਾ ਝੂਠਾ ਉਹ ਚੌਧਰੀ ਬਣਿਆ ਹੋਇਆ। ਫਿਰ ਇਹਨਾਂ ਦੇ ਦਰਬਾਰ ਵਿੱਚ ਕਹਿੰਦੇ ਜਿਹੜੀ ਕਾਮ ਰੂਪੀ ਭਾਵਨਾ ਕਹਿੰਦੇ ਉਹਦੀ ਪੁੱਛ ਗਿੱਛ ਚੱਲਦੀ ਆ, ਉਹਦੀ ਸਲਾਹ ਪੁੱਛਦੇ ਨੇ। ਕਹਿੰਦੇ ਮਤਲਬ ਇਸ ਤਰ੍ਹਾਂ ਦਾ ਇਹ ਜਿਹੜੇ ਵਿਕਾਰ ਨੇ ਹਾਵੀ ਹੋਏ ਹੋਏ ਨੇ ਦੁਨੀਆ 'ਚ। ਜਿਹੜੀ ਕਹਿੰਦੇ ਸਾਰੀ ਪਰਜਾ ਹੈਗੀ ਆ ਉਹਨੂੰ ਕੋਈ ਗਿਆਨ ਨਹੀਂ ਹੈਗਾ। ਉਹ ਕਹਿੰਦੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੀ ਆ। ਜਿਹੜੇ ਗਿਆਨੀ ਆਪਣੇ ਆਪ ਨੂੰ ਕਹਾਉਂਦੇ ਨੇ ਕਹਿੰਦੇ ਉਹ ਵਾਜੇ ਵੱਜਦੇ ਨੇ, ਉਹਨਾਂ 'ਤੇ ਨਾਚ ਕਰਦੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਰੂਪਾਂ ਦੇ ਸਿਗਾਰ ਬਣਾਉਂਦੇ ਨੇ। ਉੱਚੈ ਕੂਕੈ ਵਾਦਾ ਗਾਵੈ, ਜੋਧਾ ਕਾ ਵਿਚਾਰ। ਫਿਰ ਕਹਿੰਦੇ ਯੋਧਿਆਂ ਦੀਆਂ ਵਾਰਾਂ ਗਾਉਂਦੇ ਨੇ ਉਹ ਜਿਹੜੇ ਆਪਣੇ ਆਪ ਨੂੰ ਗਿਆਨੀ ਦੱਸਦੇ ਨੇ। ਮੂਰਖ ਪੰਡਤ ਹਿਕਮਤ ਹੁਜਤ, ਸੰਜੈ ਕਰੈ ਪਿਆਰ। ਜਿਹੜੇ ਕਹਿੰਦੇ ਪੰਡਤ ਨੇ ਉਹ ਵੀ ਕਹਿੰਦੇ ਹੈ ਤੇ ਕਹਿਣ ਨੂੰ ਪੰਡਤ ਨੇ, ਪਰ ਕਹਿੰਦੇ ਸਿਰਫ ਮਾਇਆ ਦੀ ਖਾਤਰ ਹੀ ਪੂਜਾ ਕਰਦੇ ਫਿਰਦੇ ਨੇ। ਹੋਰ ਉਹਨਾਂ ਨੂੰ ਪਰਮੇਸ਼ਰ ਦੇ ਨਾਲ ਕੋਈ ਲੈਣ ਦੇਣ ਨਹੀਂ ਗਾ। ਧਰਮੀ ਧਰਮ ਕਰੈ ਗਾਵਾਵੈ, ਮੰਗੈ ਮੋਖ ਦੁਆਰ।
ਜਿਹੜੇ ਕਹਿੰਦੇ ਆਪਣੇ ਆਪ ਨੂੰ ਧਰਮੀ ਕਹਾਉਂਦੇ ਨੇ ਉਹ ਵੀ ਕਹਿੰਦੇ ਆਪਣਾ ਧਰਮ ਗਵਾ ਰਹੇ ਨੇ। ਕਿਸ ਤਰ੍ਹਾਂ? ਜੇ ਉਹ ਕਹਿੰਦੇ ਕੋਈ ਪਾਠ ਪੂਜਾ ਕਰ ਰਹੇ ਨੇ ਤਾਂ ਉਹਦੇ ਇਵਜ਼ ਦੇ ਵਿੱਚ ਉਹ ਮੁਕਤੀ ਦਾ ਦੁਆਰ ਮੰਗਦੇ ਨੇ। ਉਹ ਵੀ ਕੋਈ ਇਹ ਨਹੀਂ ਹੈਗਾ ਵੀ ਕਿਸੇ ਇੱਛਾ ਤੋਂ ਬਿਨਾਂ ਉਹ ਭਗਤੀ ਕਰ ਰਹੇ ਨੇ। ਜਤੀ ਸਦਾਵੈ ਜੁਗਤ ਨ ਜਾਣੈ, ਛੱਡ ਬਹਿ ਘਰ ਬਾਰ। ਜਿਹੜੇ ਜਤੀ ਨੇ ਬਣੇ ਹੋਏ ਉਹਨਾਂ ਨੂੰ ਪਤਾ ਨਹੀਂ ਵੀ ਅਸਲ 'ਚ ਜਤੀ ਹੈ ਕੌਣ। ਉਹ ਸਿਰਫ ਘਰ-ਬਾਰ ਨੂੰ ਛੱਡ ਦੇਣਾ ਹੀ ਜਤੀ ਹੋਣਾ ਸਮਝਦੇ ਨੇ। ਸਭ ਕੋ ਪੂਰਾ ਆਪੇ ਹੋਵੈ, ਘਟ ਨ ਕੋਈ ਆਖੈ। ਪਤ ਪਰਵਾਣਾ ਪਿੱਛੇ ਪਾਈਐ, ਤਾਂ ਨਾਨਕ ਤੋਲਿਆ ਜਾਪੈ। ਸਭ ਕੋ ਪੂਰਾ ਆਪੇ ਹੋਵੈ, ਘਟ ਨ ਕੋਈ ਆਖੈ। ਪਤ ਪਰਵਾਣਾ ਪਿੱਛੇ ਪਾਈਐ, ਤਾਂ ਨਾਨਕ ਤੋਲਿਆ ਜਾਪੈ। ਕਹਿੰਦੇ ਇਹ ਸਾਰੇ ਰਾਜੇ, ਵਜ਼ੀਰ, ਹੋਰ ਚੌਧਰੀ, ਗਿਆਨੀ, ਪੰਡਤ, ਧਰਮੀ, ਜਤੀ, ਇਹ ਸਾਰੇ ਕਹਿੰਦੇ ਆਪਣੇ ਆਪ ਨੂੰ ਸਮਝਦੇ ਨੇ ਵੀ ਅਸੀਂ ਪੂਰੇ ਪੁੱਜੇ ਹੋਏ ਹਾਂ। ਕੋਈ ਆਪਣੇ ਆਪ ਨੂੰ ਕਹਿੰਦੇ ਘੱਟ ਨਹੀਂ ਖਵਾਉਂਦਾ। ਪਰ ਕਹਿੰਦੇ ਤੋਲ ਵਿੱਚ ਕਦੋਂ ਪੂਰੇ ਪੈਣੇ ਨੇ? ਜਦੋਂ ਕਹਿੰਦੇ ਇਹਨਾਂ ਨੂੰ ਇੱਕ ਪਾਸੇ ਰੱਖਿਆ ਜਾਵੇ, ਇਹਨਾਂ ਦਾ ਕਰਮ ਧਰਮ ਗਿਆਨ, ਅਤੇ ਦੂਜੇ ਪਾਸੇ ਪਰਮੇਸ਼ਰ ਦਾ ਪਰਖ ਵਾਲਾ ਵੱਟਾ ਰੱਖਿਆ ਜਾਵੇ। ਜਦੋਂ ਇਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪ੍ਰਵਾਨ ਪੈ ਜਾਣ ਫੇਰ ਹੀ ਕਹਿੰਦੇ ਪੂਰੇ ਆਖੇ ਜਾ ਸਕਦੇ ਆ। ਆਪੇ ਕਹਿਣ ਨਾਲ ਨਹੀਂ ਕਿ ਅਸੀਂ ਕੋਈ ਘੱਟ ਨਹੀਂ ਅਸੀਂ ਪੁੱਜ ਗਏ ਹਾਂ। ਇਹ ਤਾਂ ਜਦੋਂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤੋਲ ਹੋਣਾ, ਉਹਦੀ ਦਰਗਾਹ ਦੇ ਵਿੱਚ ਪ੍ਰਵਾਨ ਪੈ ਜਾਣਾ ਉਹਦੇ ਵੱਟੇ ਨਾਲ, ਫੇਰ ਹੀ ਕਹਿੰਦੇ ਤੋਲ ਵਿੱਚ ਪੂਰਾ ਆਉਣਾ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਮਾਫ਼ ਕਰਨੀਆਂ ਜੀ। ਸਤਿਗੁਰੂ ਜੀ, ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਨੂੰ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸੁਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।